ਅੱਜ ਅਸੀਂ ਇੱਕ ਬਿਲਕੁਲ ਵੱਖਰੇ ਜਿਹੇ ਮੁੱਦੇ 'ਤੇ ਗੱਲ ਕਰਨ ਲੱਗੇ ਹਾਂ ਅਤੇ ਮੁੱਦਾ ਉਹ ਇਹ ਹੈਗਾ ਕਿ ਕੀ ਸਰਕਾਰਾਂ ਲੋਕਾਂ ਨੂੰ ਕੁਝ ਮੁਫਤ ਦਿੰਦੀਆਂ ਨੇ। ਬਿਨਾਂ ਸ਼ੱਕ ਪਹਿਲੀ ਪੱਧਰ 'ਤੇ ਲੱਗਦਾ ਹੈ ਕਿ ਹਾਂ, ਸਰਕਾਰਾਂ ਮੁਫਤ ਦਿੰਦੀਆਂ, ਆਟਾ ਮੁਫਤ ਦਿੰਦੀਆਂ, ਕਦੇ ਦਾਲ ਮੁਫਤ ਦਿੰਦੀਆਂ। ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੀ ਪੜ੍ਹਾਈ ਮੁਫਤ ਕਰਾਉਂਦੀਆਂ ਨੇ। ਹੁਣ ਕੁਛ ਟੀਕਾ ਜਿਹੜਾ ਮੁਫਤ ਲਾਇਆ ਜਾਂਦਾ। ਸਰਕਾਰ ਬਹੁਤ ਕੁਝ ਮੁਫਤ ਦਿੰਦੀ ਆ। ਬੱਸਾਂ ਦੇ ਵਿੱਚ ਜਿਹੜਾ ਵਿਅਕਤੀਆਂ ਨੂੰ, ਔਰਤਾਂ ਨੂੰ ਮੁਫਤ ਬੱਸ ਦੀ ਸਫ਼ਰ ਦੀ ਸਹੂਲਤ ਹੈਗੀ ਆ। ਬਿਜਲੀ ਮੁਫਤ ਆ, ਪਾਣੀ ਮੁਫਤ ਆ। ਇਹ ਜਿਹੜਾ ਮੁਫਤ ਸ਼ਬਦ ਹੈਗਾ, ਇੱਥੋਂ ਇਹ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਉਹ ਕੋਲੇ ਬਹੁਤ ਖਜ਼ਾਨਾ ਹੈ ਅਤੇ ਉਹ ਲੋਕਾਂ ਨੂੰ ਲੁਟਾ ਰਹੀਆਂ। ਅਤੇ ਦੂਜੇ ਪਾਸੇ ਇਹਦੇ ਨਾਲ ਇਹ ਪ੍ਰਭਾਵ ਜਾਂਦਾ ਹੈ ਕਿ ਲੋਕ ਆ ਜਿਹੜੇ ਉਹ ਮੁਫਤ ਖੋ ਰਹੇ ਆ। ਨਾਲ ਦੀ ਨਾਲ ਇਹਦੇ ਇੱਕ ਹੋਰ ਪ੍ਰਭਾਵ ਪੇਸ਼ ਕੀਤਾ ਜਾਂਦਾ। ਪ੍ਰਭਾਵ ਇਹ ਪੇਸ਼ ਕੀਤਾ ਜਾਂਦਾ ਹੈ ਜਿਹੜਾ ਮੱਧ ਵਰਗ ਨੂੰ ਬੜਾ ਅਪੀਲ ਕਰਦਾ ਹੈ ਕਿ ਸਰਕਾਰਾਂ ਬਹੁਤ ਚੰਗਾ ਪ੍ਰਬੰਧ ਕਰ ਸਕਦੀਆਂ ਜੇ ਉਹਨਾਂ ਦੇ ਸਿਰ ਮੁਫਤ ਖੋਰਾਂ ਨੂੰ ਪਾਲਣ ਦਾ ਬੋਝ ਨਾ ਹੋਵੇ। ਪਿਛਲੇ ਦਿਨੀ ਮੈਂ ਇੱਕ ਅਰਥ ਸ਼ਾਸਤਰੀ ਦੀ ਤਕਰੀਰ ਸੁਣੀ ਕਿ ਜਿਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਪੰਜਾਬ ਦਾ ਖਜ਼ਾਨਾ ਇਸ ਕਰਕੇ ਖਾਲੀ ਆ ਕਿਉਂਕਿ ਇੱਥੇ ਸਬਸਿਡੀਆਂ ਬਹੁਤ ਦਿੱਤੀਆਂ ਜਾਂਦੀਆਂ, ਕਿਉਂਕਿ ਇੱਥੇ ਮੁਫਤ ਖੋਰਾਂ ਦੀ ਵੱਡੀ ਫੌਜ ਹੈ। ਜੇ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣ, ਜੇ ਮੁਫਤ ਖੋਰਾਂ 'ਤੇ ਲਗਾਮ ਕੱਸ ਦਿੱਤੀ ਜਾਵੇ ਤਾਂ ਦੇਸ਼ ਪੰਜਾਬ ਖੁਸ਼ਹਾਲ ਹੋ ਸਕਦਾ ਹੈ। ਤਾਂ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਆ ਕਿ ਮੁਫਤ ਕਿਹਨਾਂ ਨੂੰ ਦਿੱਤਾ ਜਾਂਦਾ। ਤਾਂ ਅਸਲ ਗੱਲ ਤਾਂ ਇਹ ਆ ਕਿ ਮੁਫਤ ਜਿਹੜਾ ਦੇਣਾ ਹੈ ਉਹ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਤੁਸੀਂ ਧਰਤੀ ਖੋਹ ਲਈ, ਜਿਨ੍ਹਾਂ ਲੋਕਾਂ ਦਾ ਹੁਣ ਤੁਸੀਂ ਅਸਮਾਨ ਵੀ ਖੋਹ ਲਿਆ, ਜਿਨ੍ਹਾਂ ਲੋਕਾਂ ਦੇ ਲਈ ਤੁਸੀਂ ਹਵਾ ਵੀ ਖੋਹਣ ਨੂੰ ਤਿਆਰ ਆ, ਜਿਹੜੇ ਲੋਕਾਂ ਨੂੰ ਤੁਸੀਂ ਰੁਜ਼ਗਾਰ ਨਹੀਂ ਦੇ ਸਕਦੇ, ਜਿਨ੍ਹਾਂ ਲੋਕਾਂ ਦੇ ਰੁਜ਼ਗਾਰ ਦੇ ਸਾਧਨ ਖੋਹ ਲਏ ਗਏ, ਉਹਨਾਂ ਲੋਕਾਂ ਨੂੰ ਮੁਫਤ ਦਿੱਤਾ ਜਾ ਰਿਹਾ। ਅਤੇ ਇਹ ਮੁਫਤ ਕਿੰਨੀ ਕੁ ਦੇਰ ਦਿੱਤਾ ਜਾਊਗਾ ਇਹ ਬਾਅਦ ਦੀ ਗੱਲ ਆ। ਇੱਕ ਵਾਰ ਤਾਂ ਇਹ ਕਿ ਇਹ ਲੋਕ ਅੱਕੇ ਹੋਏ ਕਿਤੇ ਗਲ ਨਾ ਪੈ ਜਾਣ ਕਿ ਸਾਡੀਆਂ ਜ਼ਮੀਨਾਂ ਖੋਹ ਲਈਆਂ, ਸਾਡਾ ਪਾਣੀ ਖੋਹ ਲਿਆ, ਸਾਡਾ ਸਮਾਨ ਖੋਹ ਲਿਆ, ਸਾਡਾ ਸਭ ਕੁਝ ਖੋਹ ਲਿਆ, ਸਾਨੂੰ ਰੁਜ਼ਗਾਰ ਜਿਹੜੇ ਅਸੀਂ ਧੰਦਿਆਂ 'ਚ ਲੱਗੇ ਸੀ ਉਹ ਧੰਦੇ ਤਬਾਹ ਕਰ ਦਿੱਤੇ। ਤਾਂ ਉਸ ਹਾਲਤ ਵਿੱਚ ਉਹਨਾਂ ਨੂੰ ਪਰਚਾਉਣ ਲਈ, ਉਹਨਾਂ ਨੂੰ ਕੁਝ ਦੇਰ ਲਈ ਜਿਉਂਦੇ ਰੱਖਣ ਲਈ ਇਹ ਇੱਕ ਤਰੀਕਾ ਵਰਤਿਆ ਜਾ ਰਿਹਾ ਹੈ। ਤਾਂ ਉਸ ਨੂੰ ਮੁਫਤ ਕਰਕੇ ਪ੍ਰਚਾਰਿਆ ਜਾ ਰਿਹਾ। ਹੈਰਾਨੀ ਵਾਲੀ ਗੱਲ ਹੈਗੀ ਹੈ ਕਿ ਇਹ ਜਿਹੜਾ ਮੁਫਤ ਦੀ ਗੱਲ ਕੀਤੀ ਜਾ ਰਹੀ ਹੈ ਕਿ ਆਖਰ ਸਰਕਾਰਾਂ ਕੋਲ ਪੈਸਾ ਵੀ ਕਿੱਥੋਂ ਆਉਂਦਾ ਹੈ। ਸਰਕਾਰਾਂ ਕੋਲ ਜਿਹੜਾ ਪੈਸਾ ਆਉਂਦਾ ਉਹ ਵੀ ਅਸਲ ਦੇ ਵਿੱਚ ਤੁਹਾਡੇ ਟੈਕਸਾਂ ਦੇ ਰਾਹੀਂ ਹੀ ਪੈਸਾ ਆਉਂਦਾ। ਜੇ ਇਨਕਮ ਆ ਤਾਂ ਉਹਦੇ 'ਤੇ ਇਨਕਮ ਟੈਕਸ ਆ, ਜੇ ਸੇਲ ਆ ਤਾਂ ਉਹਦੇ ਉੱਤੇ ਟੈਕਸ ਆ। ਜਦੋਂ ਤੁਸੀਂ ਕੁਝ ਵੀ ਖਰੀਦਦੇ ਆ ਤਾਂ ਹਰ ਚੀਜ਼ ਦੇ ਉੱਤੇ ਤੁਸੀਂ ਟੈਕਸ ਦਿੰਦੇ ਆ। ਉਹ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਛੋਟੀ ਤੋਂ ਛੋਟੀ ਚੀਜ਼, ਨਿੱਕੀ ਤੋਂ ਨਿੱਕੀ ਚੀਜ਼, ਜਿਹਨੂੰ ਕਹਿ ਸਕਦੇ ਹਾਂ ਕਿ ਤੁਸੀਂ ਜਦੋਂ ਗੈਸ ਤੱਕ ਖਰੀਦਦੇ ਆ, ਅਤੇ ਜਦੋਂ ਤੁਸੀਂ ਤੇਲ ਖਰੀਦਦੇ ਆ, ਜਦੋਂ ਤੁਸੀਂ ਡੀਜ਼ਲ ਖਰੀਦਦੇ ਆ, ਜਦੋਂ ਤੁਸੀਂ ਚੀਨੀ ਖਰੀਦਦੇ ਆ, ਜਦੋਂ ਤੁਸੀਂ ਪੱਤੀ ਖਰੀਦਦੇ ਆ, ਹਰ ਚੀਜ਼ ਦੇ ਉੱਤੇ ਤੁਸੀਂ ਟੈਕਸ ਦਿੰਦੇ ਆ। ਤਾਂ ਉਹ ਜਿਹੜਾ ਟੈਕਸ ਦਾ ਪੈਸਾ ਹੈਗਾ ਉਹ ਤੁਹਾਡਾ ਹੀ ਪੈਸਾ ਹੈਗਾ, ਜਿਹਨੂੰ ਸਰਕਾਰ ਇਹ ਕਹਿ ਰਹੀ ਹੈਗੀ ਆ ਕਿ ਅਸੀਂ ਤੁਹਾਨੂੰ ਸਹੂਲਤਾਂ ਦੇ ਰਹੇ ਹਾਂ, ਅਸੀਂ ਤੁਹਾਨੂੰ ਮੁਫਤ ਦੇ ਰਹੇ ਹਾਂ। ਸਰਕਾਰ ਕੁਝ ਵੀ ਮੁਫਤ ਨਹੀਂ ਦੇ ਰਹੀ। ਅਗਲੀ ਜਿਹੜੀ ਗੱਲ ਹੈਗੀ ਆ ਕਿ ਅਸਲ ਦੇ ਵਿੱਚ ਤਾਂ ਇਹ ਕਿ ਜਿੰਨਾ ਵੀ ਧਰਤੀ ਦੇ ਹੇਠਲਾ ਮਾਲ ਖਜ਼ਾਨਾ ਹੈਗਾ ਉਸ ਦੇ ਉੱਤੇ ਸਾਰਿਆਂ ਦਾ ਬਰਾਬਰ ਹੱਕ ਹੋਣਾ ਚਾਹੀਦਾ। ਪਰ ਉਹ ਸਭ ਕਾਸੇ ਦੇ ਉੱਤੇ ਤਾਂ ਸਰਕਾਰਾਂ ਦਾ ਹੱਕ ਆ। ਚਾਹੇ ਧਰਤੀ ਦੀ ਕੁੱਖ ਦੇ ਵਿੱਚੋਂ ਹੀ ਤੇਲ ਨਿਕਲਦਾ, ਧਰਤੀ ਦੀ ਕੁੱਖ ਦੇ ਵਿੱਚੋਂ ਹੀ ਪੈਟਰੋਲ ਨਿਕਲਦਾ, ਧਰਤੀ ਦੀ ਤੇਲ ਦੀ ਕੁੱਖ 'ਚੋਂ ਹੀ ਲੋਹਾ ਨਿਕਲਦਾ, ਸੋਨਾ ਨਿਕਲਦਾ, ਚਾਂਦੀ ਨਿਕਲਦੀ ਹੈ, ਜ਼ਿੰਕ ਨਿਕਲਦਾ, ਕਾਪਰ ਨਿਕਲਦਾ। ਕਿਹੜੀ ਚੀਜ਼ ਹੈ ਜਿਹੜੀ ਧਰਤੀ 'ਚੋਂ ਨਹੀਂ ਨਿਕਲਦੀ ਅਤੇ ਉੱਤੇ ਫਿਰ ਸਭ ਦਾ ਬਰਾਬਰ ਹੱਕ ਨਹੀਂ? ਕੀ ਇਹ ਕਿਵੇਂ ਠੀਕ ਹੋਇਆ ਕਿ ਸਰਕਾਰ ਆ ਜਿਹੜੀ ਉਹ ਕੁਝ ਲੋਕਾਂ ਨੂੰ ਉੱਥੇ ਥਾਂ ਪੱਟਣ ਦੀ, ਉੱਥੋਂ ਖਾਨਾ ਖੋਦਣ ਦੀ ਮਨਜ਼ੂਰੀ ਦਿੰਦੀ ਹੈ ਕਿ ਉੱਥੋਂ ਤੁਸੀਂ ਸਮਾਨ ਕੱਢੋ, ਵੇਚੋ, ਮੁਨਾਫਾ ਕਮਾਓ ਅਤੇ ਸਰਕਾਰ ਨੂੰ ਦਿਓ ਅਤੇ ਆਮ ਆਦਮੀ ਨੂੰ ਉਹਦੇ ਵਿੱਚੋਂ ਕੁਝ ਵੀ ਹਿੱਸਾ ਨਾ ਦਿਓ। ਹਵਾ ਵੀ ਵੇਚੀ ਗਈ, ਹਵਾ ਖਲਾਅ ਵੀ ਵੇਚਿਆ ਗਿਆ। ਪਿਛਲੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਬਹੁਤ ਰੌਲਾ ਪਿਆ ਟੈਲੀਕਮਿਊਨੀਕੇਸ਼ਨ ਦੇ ਖੇਤਰ ਵਿੱਚ। ਸਪੈਕਟਰਮ ਵੇਚੇ ਗਏ। ਸਪੈਕਟਰਮ ਹੈ ਕਿ ਹਵਾ ਦੇ ਵਿੱਚ ਤੁਸੀਂ ਕੁਝ ਤਰੰਗਾਂ ਸਿੱਟਣੀਆਂ, ਉਹਨਾਂ ਤਰੰਗਾਂ ਦਾ ਜਿਹੜਾ ਹਿਸਾਬ ਕਿਤਾਬ ਰੱਖਣਾ ਹੈ ਜਿਹੜਾ ਉਹ ਸਰਕਾਰ ਵੇਚਦੀ ਹੈ।
ਤੁਹਾਡੀ ਹਵਾ ਵੀ ਵੇਚੀ ਵੀ ਹੈ, ਤੁਹਾਡਾ ਸਮਾਨ ਵੀ ਵੇਚਿਆ ਹੋਇਆ ਕਿ ਤੁਸੀਂ ਬਹੁਤ ਥਾਵਾਂ ਦੇ ਉੱਤੇ ਸਰਕਾਰੀ ਕਲੋਨੀਆਂ ਉੱਥੇ ਤੁਸੀਂ ਇੱਕ ਮੰਜ਼ਿਲ ਹੀ ਪਾ ਸਕਦੇ ਆ, ਦੂਜੀ ਮੰਜ਼ਿਲ ਨਹੀਂ ਪਾ ਸਕਦੇ, ਅਸਮਾਨ ਵੀ ਵੇਚ ਦਿੱਤਾ ਹੈ। ਤਾਂ ਧਰਤੀ ਹੇਠੋਂ ਤੁਹਾਨੂੰ ਤਾਂ ਪਾਣੀ ਵੀ ਕੱਢਣ ਤੋਂ ਮਾ ਕੇ ਰੋਕ ਲਾਈ ਗਈ ਕਿ ਤੁਸੀਂ ਪਾਣੀ ਵੀ ਆਪਦੀ ਮਰਜ਼ੀ ਨਾਲ ਨਹੀਂ ਕੱਢ ਸਕਦੇ, ਉਹਦੇ 'ਤੇ ਵੀ ਸਰਕਾਰ ਦੀ ਮਰਜ਼ੀ ਚੱਲੂਗੀ, ਉਹ ਵੀ ਸਰਕਾਰ ਵੇਚੂਗੀ, ਉਹ ਵੀ ਸਰਕਾਰ ਲਾਇਸੈਂਸ ਦੇਊਗੀ। ਤਾਂ ਇਸ ਹਾਲਤ ਦੇ ਵਿੱਚ ਇਹ ਮੁਫਤ ਦੀ ਰੱਟ ਕਿਉਂ ਲਾਈ ਜਾ ਰਹੀ ਹੈ? ਅਸਲ ਦੇ ਵਿੱਚ ਤਾਂ ਇਹ ਕਿ ਲੋਕਾਂ ਦੇ ਅੰਦਰ ਇਹ ਹੀਣ ਭਾਵਨਾ ਭਰੀ ਜਾ ਰਹੀ ਹੈ ਕਿ ਤੁਸੀਂ ਕੁਝ ਕਰਨ ਯੋਗੇ ਨਹੀਂ ਹੈ, ਜਦੋਂ ਕਿ ਅਸਲ ਦੇ ਵਿੱਚ ਕਿ ਸਾਰੇ ਹੀ ਸਾਧਨਾਂ ਉੱਤੇ ਸਰਕਾਰ ਅਤੇ ਸਰਕਾਰ ਦੇ ਯਾਰ, ਜਿਹਨੂੰ ਕਹਿੰਦੇ ਆ ਕਿ ਕਰੋਨੀ ਕੈਪੀਟਲਿਜ਼ਮ ਆ ਜਿਹੜਾ, ਉਹ ਉਹਨਾਂ ਦਾ ਕਬਜ਼ਾ ਹੈ। ਅਤੇ ਇਸ ਕਾਰਨ ਕਰਕੇ ਆਮ ਆਦਮੀ ਕੋਲ ਪੈਸਾ ਨਹੀਂ ਹੈ, ਆਮ ਆਦਮੀ ਕੋਲ ਆਪਣਾ ਰੁਜ਼ਗਾਰ ਨਹੀਂ ਹੈ। ਉਹ ਰੁਜ਼ਗਾਰ ਖੋ ਕੇ ਤੁਸੀਂ ਉਹਨੂੰ ਕੁਝ ਪੈਸੇ, ਜਿਹੜਾ ਉਹਦਾ ਹੱਕ ਆ, ਉਹਨੂੰ ਭੀਖ ਸਮਝ ਕੇ ਦੇ ਰਹੇ ਆ ਅਤੇ ਮੁੜ ਕੇ ਮੁਫਤ ਪ੍ਰਚਾਰ ਰਹੇ ਆ। ਅਜਿਹੇ ਪ੍ਰਚਾਰ ਤੋਂ ਬਚਣ ਦੀ ਜ਼ਰੂਰਤ ਆ। ਪਰ ਉਸ ਸਮੇਂ ਬੜੀ ਉਦਾਸੀ ਹੁੰਦੀ ਆ ਕਿ ਜਦੋਂ ਜਿਹੜੇ ਸਾਡੇ ਜਾਣੇ ਮਾਣੇ ਪ੍ਰਸਿੱਧ ਜਿਹੜੇ ਅਰਥ ਸ਼ਾਸਤਰੀ ਆ, ਉਹ ਵੀ ਇਸ ਨੂੰ ਇਸ ਢੰਗ ਨਾਲ ਪੇਸ਼ ਕਰਦੇ ਆ ਕਿ ਜਿਵੇਂ ਇਹ ਸਬਸਿਡੀਆਂ ਜਿਹੜੀਆਂ ਇਹ ਸਰਕਾਰ ਦੀ ਇੱਕ ਵੱਡੀ ਲੋਕਾਂ 'ਤੇ ਮਿਹਰਬਾਨੀ ਹੋਵੇ। ਤਾਂ ਇਹੋ ਜਿਹੇ ਸੁਝਾਅ ਵੀ ਦਿੰਦੇ ਆ ਕਿ ਜਿਹੜੀ ਉਹ ਮਿਹਰਬਾਨੀ ਕਰ ਰਹੀ ਉਹ ਮਿਹਰਬਾਨੀ ਵਾਪਸ ਲੈ ਲੇ। ਇਹ ਅਸਲ 'ਚ ਸਰਕਾਰ ਦਾ ਬਹੁਤ ਗਰੀਬ, ਅਤ ਗਰੀਬ, ਹਾਸ਼ੀਏ 'ਤੇ ਧੱਕੇ ਅਤੇ ਮੱਧ ਵਰਗ ਨੂੰ ਇੱਕ ਲੜਾਉਣ ਦੀ ਚਾਲ ਆ। ਮੱਧ ਵਰਗ ਵੀ ਕਈ ਵਾਰ ਇਸ ਭੁਲੇਖੇ ਦੇ ਵਿੱਚ ਆ ਜਾਂਦਾ ਹੈਗਾ ਕਿ ਇਹ ਸਬਸਿਡੀਆਂ ਕਾਰਨ ਸਾਡਾ ਦੇਸ਼ ਆ ਜਿਹੜਾ ਕਿਤੇ ਉਹ ਤਰੱਕੀ ਨਹੀਂ ਕਰ ਰਿਹਾ। ਅਸਲ 'ਚ ਤਰੱਕੀ ਇਸ ਕਰਕੇ ਨਹੀਂ ਕਰ ਰਿਹਾ ਕਿ ਜਿਹੜਾ ਸਾਰਾ ਮਾਲ ਖਜ਼ਾਨਾ ਹੈਗਾ ਉਹ ਕੁਝ ਲੋਕਾਂ ਦੇ ਪੇਟੇ ਪੈ ਰਿਹਾ। ਇਸ ਗੱਲ ਨੂੰ ਸਮਝਣ ਦੀ ਬਹੁਤ ਜ਼ਰੂਰਤ ਆ। ਸਰਕਾਰ ਕੁਝ ਵੀ ਮੁਫਤ ਵਿੱਚ ਨਹੀਂ ਦੇ ਰਹੀ।